बिना किसी प्रेशर तो अगली इस क्वेश्चन को पढ़ेंगे। ਉੱਥੇ ਬੈਠ लागे तुसी उस नदी दे उरार पार उस नदी दे उरार दे पार जीवन दा वृक्ष है जीवन दा वृक्ष है ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਆਪਣਾ ਫਲ ਮਹੀਨਾ ਮਹੀਨਾ ਦਿੰਦਾ ਹੈ ਉਹ ਆਪਣਾ ਫਲ ਹਰ ਮਹੀਨੇ ਮਹੀਨੇ ਦਿੰਦਾ ਹੈ ਅਤੇ ਉਸ ਵ੍ਰਿਕਸ਼ ਦੇ ਪੱਤੇ ਕੌਮਾਂ ਦੇ ਇਲਾਜ ਲਈ ਹਨ ਉਸ ਵ੍ਰਿਕਸ਼ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ ਮੇਰੇ ਜਿਹਨੂੰ ਅੱਜ ਇਹ ਵਚਨ ਸਮਝ ਆ ਜਾਊਗਾ ਜਿਹੜਾ ਇਸ ਵਚਨ ਨੂੰ ਆਪਣੇ ਮਨ ਦੇ ਅੰਦਰ ਜਮਾ ਕਰ ਲਊਗਾ ਮੇਰਾ ਖਿਆਲ ਨਹੀਂ ਕਿ ਉਹ ਬਹੁਤ ਵੱਡੀ ਆਸ਼ੀਸ਼ ਤੇ ਬਰਕਤ ਪਾਊਗਾ ਔਰ ਬਹੁਤ ਵੱਡੀ ਉਹਨਾਂ ਦੇ ਅੰਦਰ ਸਾਮਰਥ ਔਰ ਸ਼ਕਤੀ ਆ ਜਾਊਗੀ ਬਹੁਤ ਮਤਲਬ ਚਾਹੇ ਕਿਸੇ ਤਰ੍ਹਾਂ ਦੀ ਵੀ ਸਾਡੇ ਉੱਤੇ ਚਾਹੇ ਗਰੀਬੀ ਦਾ ਸਰਾਪ ਹੈ ਚਾਹੇ ਬਿਮਾਰੀ ਦਾ ਸਰਾਪ ਹੈ ਚਾਹੇ ਕੋਈ ਕਿਸੇ ਵੀ ਗੱਲ ਦੀ ਕੋਈ ਪ੍ਰੋਬਲਮ ਹੈ ਖੁਦਾ ਉਹਨਾਂ ਸਾਰੇ ਮਸਲਿਆਂ ਨੂੰ ਹੱਲ ਕਰੂਗਾ ਔਰ ਮੇਰੇ ਅਜ਼ੀਜ਼ੋ ਇਸ ਜੀਵਨ ਦੇ ਵ੍ਰਿਕਸ਼ ਨੂੰ 12 ਪ੍ਰਕਾਰ ਦੇ ਫਲ ਲੱਗਦੇ ਆ ਔਰ ਇਹ ਜਿਹੜਾ ਜੀਵਨ ਦਾ ਵ੍ਰਿਕਸ਼ ਆ ਇਹਦੇ ਵਿੱਚ ਬਹੁਤ ਕੁਝ ਛੁਪਿਆ ਹੈ ਔਰ ਇਸ ਨੂੰ ਅਸੀਂ ਪੂਰਾ ਕਰਨ ਦੇ ਲਈ ਸਾਨੂੰ ਬੈਕ ਤੇ ਜਾਣਾ ਪਊਗਾ ਉਤਪਤੀ ਦੀ ਕਿਤਾਬ 3 ਬਾਬ ਦੀ 3 ਤੋਂ 6 ਪੜ੍ਹੀਏ ਇਹ ਉਹੀ ਵ੍ਰਿਕਸ਼ ਆ ਜਿੱਥੇ ਜਿਹਦੀ ਮਨਾਈ ਸੀ ਆਦਮ ਔਰ ਹਵਾ ਨੂੰ ਖਾਣ ਦੀ 3 ਬਾਬ ਦੀ 3 ਤੋਂ 6 ਪੜ੍ਹੀਏ ਨਾ ਉਹਨੂੰ ਹੱਥ ਲਾਓ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ਮੇਰੇ ਅਜ਼ੀਜ਼ੋ ਯਹੋਵਾ ਪਰਮੇਸ਼ਵਰ ਨੇ ਉਹਨਾਂ ਨੂੰ ਬਾਗਿਆ ਏਦਨ ਦੇ ਵਿੱਚ ਉਸ ਸਮੇਂ ਸਿਰਫ 2 ਹੀ ਪ੍ਰਾਣੀ ਸੀ ਆਦਮ ਔਰ ਹਵਾ ਭੂਆ ਜੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਕੀ ਸਾਰੇ ਵ੍ਰਿਕਸ਼ਾਂ ਤੋਂ ਖਾਇਆ ਪਰ ਜਿਹੜਾ ਬਾਗਿਆ ਏਦਨ ਦੇ ਅੰਦਰ ਇੱਕ ਸੈਂਟਰ ਦੇ ਵਿੱਚ ਵ੍ਰਿਕਸ਼ ਜੀਵਨ ਦਾ ਵ੍ਰਿਕਸ਼ ਇਹਦਾ ਫਲ ਤੁਸੀਂ ਨਹੀਂ ਖਾਣਾ ਲੇਕਿਨ ਉਹ ਸ਼ੈਤਾਨ ਦੇ ਦੁਆਰਾ ਭਰਮਾਏ ਗਏ ਔਰ ਉਹਨਾਂ ਨੇ ਪਹਿਲੋਂ ਹਵਾ ਨੇ ਫਲ ਖਾਧਾ ਔਰ ਬਾਅਦ ਵਿੱਚ ਉਹਨੇ ਆਦਮ ਨੂੰ ਖਿਲਾਇਆ ਔਰ ਮੇਰੇ ਜਦੋਂ ਉਹ ਫਲ ਖਾਣ ਦੀ ਵਜ੍ਹਾ ਦੇ ਨਾਲ ਇਸ ਦੁਨੀਆ ਦੇ ਅੰਦਰ ਪਾਪ ਆ ਗਿਆ ਪਹਿਲਾ ਪਾਪ ਆ ਅਨਾਗਿਆਕਾਰੀ ਦਾ ਪਾਪ ਆ ਔਰ ਖੁਦਾ ਦਾ ਪਾਕ ਕਲਾਮ ਰੋਮੀਆਂ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਪਾਪ ਦੀ ਮਜ਼ਦੂਰੀ ਮੌਤ ਹੈ ਔਰ ਮੇਰੇ ਜਦੋਂ ਪ੍ਰਭੂ ਯਹੋਵਾ ਪਰਮੇਸ਼ਵਰ ਨੇ ਇਹ ਗੱਲ ਦੇਖੀ ਤਾਂ ਉਹਨੇ ਆਣ ਕੇ ਉਹਨਾਂ ਨੂੰ ਪੁੱਛਿਆ ਤੁਸੀਂ ਹਾਂਜੀ ਪੜ੍ਹੋ ਅੱਗੇ ਪਰ ਸੱਪ ਨੇ ਤੀਵੀਂ ਨੂੰ ਭਰਮਾ ਲਿਆ ਕਿ ਤੁਸੀਂ ਕਦੀ ਨਾ ਮਰੋਗੇ ਜੇ ਕਹਿੰਦਾ ਤੁਸੀਂ ਇਹ ਫਲ ਖਾ ਲਓਗੇ ਤਾਂ ਤੁਸੀਂ ਕਦੀ ਵੀ ਨਾ ਮਰੋਗੇ ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਜਿਸ ਦਿਨ ਤੁਸੀਂ ਇਸ ਫਲ ਤੋਂ ਖਾ ਲਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ ਕਹਿੰਦਾ ਤੁਸੀਂ ਪਰਮੇਸ਼ਵਰ ਵਾਂਗੂ ਭਲੇ ਤਾਂ ਬੁਰਾਈ ਦਾ ਤੁਹਾਨੂੰ ਪਛਾਣ ਹੋ ਜਾਵੇਗੀ ਮੇਰੇ ਜਦੋਂ ਇਹ ਉਹਨਾਂ ਨੇ ਗੱਲ ਨਹੀਂ ਮੰਨੀ ਉਹਨਾਂ ਨੇ ਉਹ ਫਲ ਖਾ ਲਿਆ ਔਰ ਉਹਦੀ ਵਜ੍ਹਾ ਦੇ ਨਾਲ ਇਸ ਦੁਨੀਆ ਤੇ ਮੌਤ ਆ ਗਈ ਔਰ ਜਦੋਂ ਆਪਾਂ ਇਹਨੂੰ ਅੱਗੇ ਪੜ੍ਹਦੇ ਹਾਂ 3 ਬਾਬ ਦੀ 22 ਔਰ 23 ਹੈ ਵੀ ਪੜ੍ਹੋ ਇਸ ਵਜ੍ਹਾ ਦੇ ਨਾਲ ਉਹਨਾਂ ਅਨਾਗਿਆਕਾਰੀ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਬਾਗਿਆ ਏਦਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਦ ਯਹੋਵਾ ਪਰਮੇਸ਼ਵਰ ਨੇ ਆਖਿਆ ਹਾਂਜੀ ਤਦ ਯਹੋਵਾ ਪਰਮੇਸ਼ਵਰ ਨੇ ਉਹਨਾਂ ਨੂੰ ਆਖਿਆ ਵੇਖੋ ਆਦਮੀ ਭਲੇ ਬੁਰੇ ਦੀ ਸਿਆਣ ਵਿੱਚ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਅਤੇ ਹੁਣ ਅਜਿਹਾ ਨਾ ਹੋਵੇ ਜੀ ਕਿ ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਵਿਰਸ਼ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜਿਉਣ ਰਹੇ ਮੇਰੇ ਜਦੋਂ ਉਹ ਜਿਹੜਾ ਫਲ ਸੀਗਾ ਉਹ ਅਮਰ ਕਰਨ ਵਾਲਾ ਸੀਗਾ ਜਿਹੜਾ ਉਹ ਫਲ ਖਾ ਲੂਗਾ ਉਹ ਹਮੇਸ਼ਾ ਲਈ ਅਮਰ ਹੋ ਜਾਊ ਉਹਨੂੰ ਕਦੇ ਵੀ ਮੌਤ ਨਾ ਹੋਊਗੀ ਲੇਕਿਨ ਇਹ ਪਰਮੇਸ਼ਵਰ ਦਾ 7000 ਸਾਲ ਦਾ ਇੱਕ ਪਲਾਨ ਸੀਗਾ ਕਿ ਜੇਕਰ ਹੁਣ ਦੇਖਿਆ ਜਾਵੇ ਵੀ ਉਹਨਾਂ ਨੂੰ ਮੌਤ ਨਾ ਆਉਂਦੀ ਤਾਂ ਹੋ ਸਕਦਾ ਵੀ ਇਹ ਦੁਨੀਆ ਦੇ ਉੱਤੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸਾਰਾ ਕੁਝ ਪਲਾਨ ਸੀਗਾ ਔਰ ਫਿਰ ਪ੍ਰਭੂ ਯਹੋਵਾ ਪਰਮੇਸ਼ਵਰ ਨੇ ਉਹਨਾਂ ਨੂੰ ਬਾਗਿਆ ਏਦਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਕਿ ਤੁਸੀਂ ਹੁਣ ਅਨਾਗਿਆ ਕੀਤੀ ਆ ਦੁਆਰਾ ਇਸ ਫਲ ਨੂੰ ਨਹੀਂ ਖਾਣਾ ਹਾਂਜੀ ਅੱਗੇ ਸੋ ਯਹੋਵਾ ਪਰਮੇਸ਼ਵਰ ਨੇ ਉਹਨੂੰ ਅਦਨ ਦੇ ਬਾਗ ਤੋਂ ਬਾਹਰ ਕੱਢ ਦਿੱਤਾ ਉਹਨਾਂ ਦੋਨਾਂ ਨੂੰ ਬਾਹਰ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀ ਤਾਂ ਜੋ ਕਹਿੰਦਾ ਉਸ ਜ਼ਮੀਨ ਨੂੰ ਵਾਹੇ ਜਿੱਥੋਂ ਕੱਢਿਆ ਗਿਆ ਸੀਗਾ ਉਹਨੇ ਮਤਲਬ ਬਾਗਿਆ ਏਦਨ ਪਰ ਅੱਜ ਤੱਕ ਅਸੀਂ ਪੜ੍ਹਦੇ ਜ਼ਰੂਰ ਆ ਵੀ ਬਾਗਿਆ ਏਦਨ ਬਾਈਬਲ ਦੇ ਵਿੱਚ ਆ
ਪਰ ਉਹ ਸਾਨੂੰ ਐਗਜ਼ੈਕਟ ਜਗ੍ਹਾ ਕਈ ਲੋਕ ਇਰਾਕ 'ਚ ਕਹੀ ਜਾਂਦੇ, ਕਈ ਸਾਊਦੀ ਅਰਬੀਆ ਦੇ ਲਾਗੇ ਛਾਗੇ ਕਹੀ ਜਾਂਦੇ ਆ, ਹੈਗਾ ਤਾਂ ਇਹਦੇ ਆਲੇ ਦੁਆਲੇ ਆ, ਪਰ ਜਿਹੜੀ ਉਹਦੀ ਐਗਜ਼ੈਕਟ ਜਗ੍ਹਾ ਆ ਉਹ ਜਰੂਸ਼ਲਮ ਹੀ ਸੀਗੀ। ਜਰੂਸ਼ਲਮ ਉਸ ਟਾਈਮ ਦਾ ਇੱਕ ਵਾਕਿਆ ਦਿਨ ਸੀਗਾ। ਔਰ ਜਦੋਂ ਆਪਾਂ ਹੋਰ ਵੀ ਕਈ ਗੱਲਾਂ ਪੜ੍ਹਦੇ ਆ ਕਿ ਜਰੂਸ਼ਲਮ ਦੀ ਹੈਕਲ ਜਿਹੜੇ ਸੁਲੇਮਾਨ ਦੀ ਹੈਕਲ ਆ ਉਹ ਵੀ ਜਰੂਸ਼ਲਮ ਦੇ ਵਿੱਚ ਆ, ਔਰ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਉਹ ਵੀ ਜਰੂਸ਼ਲਮ ਦੇ ਵਿੱਚ ਹੋਈ ਆ। ਔਰ ਇਸਹਾਕ ਦੀ ਜਿਹੜੀ ਕੁਰਬਾਨੀ ਨੂੰ ਜਦੋਂ ਯਹੋਵਾ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਵੀ ਇਹਨੂੰ ਲੈ ਕੇ ਜਾ, ਜਿਹੜਾ ਉੱਥੋਂ ਛਤਰਾ ਨਿਕਲ ਆਇਆ, ਉਹ ਵੀ ਉਸੇ ਹੀ ਮੋਰਿਆ ਪਰਬਤ ਦੇ ਲਾਗੇ ਛਾਗੇ ਘੁੰਮਦੀ ਆ ਜਿੱਥੇ ਯਹੋਵਾ ਜ਼ਰੀ ਕਿਹਾ ਜਾਂ ਪ੍ਰਭੂ ਇੰਤਜ਼ਾਮ ਕਰਨ ਵਾਲਾ। ਮੇਰੇ ਅਜ਼ੀਜ਼ੋ, ਜਰੂਸ਼ਲਮ ਦਾ ਬਹੁਤ ਵੱਡਾ ਇੱਕ ਸੰਬੰਧ ਆ, ਔਰ ਉੱਥੇ ਇੱਕ ਸਭ ਤੋਂ ਪੁਰਾਣਾ ਸ਼ਹਿਰ ਆ ਜਿਹਨੂੰ ਆਪਾਂ ਜ਼ਰੀਹੋ ਕਹਿੰਦੇ ਆ, ਜ਼ਰੀਕੋ ਸਿਟੀ, ਔਰ ਉੱਥੇ ਅੱਜ ਵੀ ਉਹਨਾਂ ਨੂੰ ਬੋਰਡ ਲਿਖ ਕੇ ਲਾਇਆ ਪਿਆ ਇਹ ਸਭ ਆਦਮ ਦਾ ਸ਼ਹਿਰ ਆ, ਆਦਮ ਦਾ ਪਿੰਡ ਆ, ਔਰ ਸਭ ਤੋਂ ਓਲਡੈਸਟ ਸਿਟੀ ਆ। ਕੋਈ 10,000 ਪੁਰਾਣਾ ਸਾਲ ਉਹਨੂੰ ਦੱਸਦੇ ਆ ਕਿ ਉਹਦਾ ਇਤਿਹਾਸ ਆ, ਔਰ ਉਹ ਬਹੁਤ ਪੁਰਾਣਾ ਆ। ਔਰ ਉਹਦੇ ਉੱਤੇ ਰਿਸਰਚ ਕਾਫੀ ਕੀਤੀ, ਮੈਂ ਵੀ ਲੱਭਿਆ ਇਹਨੂੰ, ਔਰ ਉਹਨੂੰ ਆਦਮ ਦਾ ਸ਼ਹਿਰ ਕਿਹਾ ਗਿਆ। ਔਰ ਜਿਹੜਾ ਉਹਨੂੰ ਕਿਹਾ ਗਿਆ ਕਿ ਹੁਣ ਆਪਾਂ ਦੇਖਦੇ ਆ ਕਿ ਉਹਨੂੰ 12 ਪ੍ਰਕਾਰ ਦੇ ਫਲ ਲੱਗਦੇ ਆ, ਔਰ ਇਹ ਦੁਨਿਆਵੀ ਤੌਰ ਤੇ ਵੀ ਆ। ਔਰ ਪਹਿਲੋਂ ਇਹਦਾ ਦੁਨਿਆਵੀ ਤੌਰ ਤੇ ਮੈਂ ਮਤਲਬ ਦੱਸ ਦਿੰਦਾ ਕਿ ਉਹਨੂੰ 12 ਪ੍ਰਕਾਰ ਦੇ ਜਿਹੜੇ ਫਲ ਲੱਗਦੇ ਸੀਗੇ ਉਹ ਸੀਗੇ ਸੇਬ ਦਾ ਫਲ, ਇਹਦਾ ਜ਼ਿਕਰ ਬਾਈਬਲ 'ਚ ਆਉਂਦਾ, ਬਦਾਮ ਦਾ, ਖਜੂਰਾਂ ਦਾ, ਅੰਜੀਰ ਦਾ, ਅੰਗੂਰਾਂ ਦਾ, ਖਰਬੂਜੇ ਦਾ, ਔਰ ਅੱਗੇ ਚੱਲਦੇ। ਦੂਸਰਾ ਇਹਨੂੰ ਕਹਿੰਦੇ ਜੈਤੂਨ ਦਾ, ਔਰ ਪਿਸਤਾ, ਕਿਸ਼ਮਿਸ਼, ਔਰ ਗੁੱਲਰ ਦਾ ਫਲ, ਅਨਾਰ ਦਾ ਫਲ, ਔਰ ਜਿਹੜਾ ਮਸਟਰਡ ਸੀਡ ਹਾਂਜੀ ਅੰਗੂਰ ਹੋ ਗਿਆ, ਔਰ ਇੱਕ ਬਲੂਤਾ ਵਾਲਾ ਫਲ ਜਿਹਦੀ ਇੱਕ ਦਿਨ ਭਾਈ ਸਲੀਮ ਦੀ ਗੱਲ ਕਰਦੇ ਸੀ ਜਿੱਥੇ ਅਬਰਾਹਮ ਨੂੰ ਖੁਦਾ ਨੇ ਦਰਸ਼ਨ ਉਹਦੇ ਦੂਤਾਂ ਨੇ ਦਿੱਤਾ ਸੀਗਾ। ਔਰ ਮੇਰੇ ਜਦੋਂ 12 ਪ੍ਰਕਾਰ ਦੇ ਫਲ ਹੈ ਜਿਨ੍ਹਾਂ ਦੇ ਆਪਾਂ ਰੈਫਰੈਂਸ ਲੱਭਣ ਤਾਂ ਆਪਾਂ ਨੂੰ ਬਹੁਤ ਟਾਈਮ ਲੱਗੂਗਾ। ਮੈਂ ਇਹਦੇ ਅੰਦਰ 13 ਫਲ ਲੱਭੇ ਆ, ਔਰ ਕਿਉਂਕਿ 13 ਫਲ ਇਸ ਲਈ ਮੈਂ ਬਣਾਏ ਕਿ ਇੱਕ ਜਿਹੜਾ ਫਲ ਸੀਗਾ ਅੰਜੀਰ ਦਾ ਫਲ, ਉਹਨੂੰ ਪ੍ਰਭੂ ਯਿਸੂ ਮਸੀਹ ਨੇ ਸ਼ਰਾਪ ਦੇ ਦਿੱਤਾ ਸੀਗਾ, ਔਰ ਉਹਨੇ ਕਿਹਾ ਸੀ ਵੀ ਉਹਨੂੰ ਕੋਈ ਫਲ ਨਹੀਂ ਲੱਗਾ ਪਿਆ, ਵੀ ਜਿਹੜਾ ਫਲ ਨਹੀਂ ਦਿੱਤਾ ਉਹਨੂੰ ਸ਼ਰਾਪ ਦਿੱਤਾ ਗਿਆ ਕਿ ਤੂੰ ਅੱਜ ਤੋਂ ਬਾਅਦ ਤੈਨੂੰ ਕੋਈ ਵੀ ਫਲ ਨਾ ਲੱਗੇ। ਔਰ ਮੇਰੇ ਅਜ਼ੀਜ਼ੋ, ਉਹ ਜਿਹੜਾ ਫਲ ਅੰਜੀਰ ਦਾ ਦਰਖਤ ਸੀਗਾ ਉਹਨੂੰ ਹੀ ਸਿਰਫ ਪ੍ਰਭੂ ਯਿਸੂ ਮਸੀਹ ਨੇ ਉੱਥੇ ਸ਼ਰਾਪ ਦਿੱਤਾ। ਔਰ ਇਹਦਾ ਜ਼ਿਕਰ ਆਉਂਦਾ ਆ ਮਰਕਸ ਦੀ ਕਿਤਾਬ 11 ਬਾਬ ਦੀ 12 ਔਰ 14, ਪੜ੍ਹਨ ਦੀ ਲੋੜ ਨਹੀਂ, ਸਾਰੇ ਜਣੇ ਤੁਸੀਂ ਬਾਅਦ 'ਚ ਦੇਖ ਸਕਦੇ ਹੋ। ਇਹ 12 ਪ੍ਰਕਾਰ ਦੇ ਫਲ ਆ, ਔਰ ਜਿਹੜੇ ਕਿ ਸਾਨੂੰ ਤੰਦਰੁਸਤੀ ਦਿੰਦੇ ਸੀਗੇ। ਅੱਜ ਜਿਹੜੇ ਲੋਕਾਂ ਨੂੰ ਇੰਨੀਆਂ ਬਿਮਾਰੀਆਂ ਦੀਆਂ ਪਰੇਸ਼ਾਨੀਆਂ ਦਾ ਕਾਰਨ ਉਹ ਕੀ ਆ ਕਿ ਅਸੀਂ ਕੁਦਰਤੀ ਚੀਜ਼ਾਂ ਤੋਂ ਦੂਰ ਹੁੰਦੇ ਜਾਂਦੇ। ਬੱਚੇ ਸਾਡੇ ਕਹਿੰਦੇ ਕੋਈ ਫਲ ਫਰੂਟ ਨਹੀਂ ਖਾਣਾ, ਇਹਨਾਂ ਨੂੰ ਕੁਰਕਰੇ, ਨੂਡਲ, ਚਿਪਸ, ਬਰਗਰ ਬੁਰਗਰ ਚਾਹੀਦੇ। ਇਸੇ ਵਜ੍ਹਾ ਦੇ ਨਾਲ ਸਾਡੇ ਅੰਦਰ ਸਰੀਰ ਦੇ ਅੰਦਰ ਇੰਨੀਆਂ ਵੱਡੀਆਂ ਬਿਮਾਰੀਆਂ ਨੇ ਆਪਣੀ ਜਗ੍ਹਾ ਬਣਾ ਲਈ, ਔਰ ਅਸੀਂ ਇੰਨੀ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਾਂ। ਔਰ ਮੇਰੇ ਜਦੋਂ ਹੁਣ ਆਪਾਂ ਦੇਖਣਾ ਚਾਹੁੰਦੇ ਹਾਂ ਕਿ ਜਦੋਂ ਜਲ ਪ੍ਰਲੋ ਆਈ ਉਹ ਬਾਗੀ ਏਦਨ ਕਿੱਥੇ ਗਿਆ, ਔਰ ਇਹਦੇ ਉੱਤੇ ਕਾਫੀ ਰਿਸਰਚ ਕੀਤੀ ਗਈ। ਔਰ ਬਾਗੀ ਏਦਨ ਜਦੋਂ ਜਲ ਪ੍ਰਲੋ ਆਈ ਆ, ਯਹੋਵਾ ਪਰਮੇਸ਼ਵਰ ਨੇ ਪਹਿਲੋਂ ਹੀ ਉਹਨੂੰ ਛੁਪਾ ਲਿਆ, ਔਰ ਇਹਦਾ ਜ਼ਿਕਰ ਆਪਾਂ ਨੂੰ ਮਿਲਦਾ ਆ ਇਜ਼ਕੀਏਲ ਦੀ ਕਿਤਾਬ 31 ਬਾਬ ਦੀ 16 ਤੋਂ 18 ਪੜ੍ਹੀਏ। ਇਜ਼ਕੀਏਲ ਦੀ ਕਿਤਾਬ 31 ਬਾਬ ਦੀ 16 ਤੋਂ 18। ਜਿਸ ਵੇਲੇ ਮੈਂ ਉਹਨੂੰ ਉਹਨਾਂ ਸਾਰਿਆਂ ਦੇ ਨਾਲ ਜੋ ਗੌਰ ਵਿੱਚ ਡਿੱਗਦੇ ਹਨ, ਜਿਸ ਵੇਲੇ ਮੈਂ ਉਹਨਾਂ ਸਾਰਿਆਂ ਨੂੰ ਜੋ ਗੌਰ ਵਿੱਚ ਪਤਾਲ ਵਿੱਚ ਡਿੱਗਦੇ ਹਨ, ਪਤਾਲ ਵਿੱਚ ਧੱਕਾਂਗਾ, ਪਤਾਲ ਦੇ ਵਿੱਚ ਧੱਕਾਂਗਾ, ਤਾਂ ਉਹ ਦੇ ਡਿੱਗਣ ਦੇ ਰੌਲੇ ਨਾਲ ਸਾਰੀਆਂ ਕੌਮਾਂ ਕੰਬਣਗੀਆਂ, ਉਹਦੇ ਡਿੱਗਣ ਦੇ ਰੌਲੇ ਦੇ ਨਾਲ ਸਾਰੀਆਂ ਕੌਮਾਂ ਕੰਬਣਗੀਆਂ, ਅਤੇ ਅਦਨ ਦੇ ਸਾਰੇ ਰੁੱਖ, ਲਬਾਨੋਨ ਦੇ ਚੰਗੇ ਰੁੱਖ, ਬਾਗੀ ਏਦਨ ਦੇ ਸਾਰੇ ਰੁੱਖ, ਲਬਾਨੋਨ ਦੇ ਚੰਗੇ ਔਰ ਚੁਣਵੇਂ ਰੁੱਖ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਧਰਤੀ ਦੇ ਪਤਾਲ ਵਿੱਚ ਸ਼ਾਂਤੀ ਪਾਉਣਗੇ, ਧਰਤੀ ਦੇ ਪਤਾਲ ਵਿੱਚ ਸ਼ਾਂਤੀ ਪਾਉਣਗੇ। ਮੇਰੇ ਅਜ਼ੀਜ਼ੋ, ਉਹਦੇ ਵਿੱਚ ਕਿਹਾ ਗਿਆ ਕਿ ਬਾਗੀ ਏਦਨ ਦੇ ਸਾਰੇ ਦਰਖਤ, ਉਹਦੇ ਵਿੱਚ ਜੀਵਨ ਦਾ ਬ੍ਰਿਕਸ਼ ਵੀ ਸ਼ਾਮਿਲ ਸੀਗਾ। ਔਰ ਅੱਗੇ ਪੜੋ।
ਉਹ ਵੀ ਉਹਦੇ ਨਾਲ ਉਹਨਾਂ ਤੀਕਰ ਜੋ ਤਲਵਾਰ ਨਾਲ ਵੱਢੇ ਗਏ ਪਤਾਲ ਵਿੱਚ ਲੈ ਜਾਣਗੇ, ਪਤਾਲ ਦੇ ਵਿੱਚ ਲੈ ਜਾਣਗੇ। ਅਤੇ ਉਹ ਵੀ ਜਿਹੜੇ ਉਹਦੀ ਬਾਂਹ ਸਨ, ਉਹ ਵੀ ਜਿਹੜੇ ਉਹਦੀ ਬਾਂਹ ਸਨ, ਅਤੇ ਕੌਮਾਂ ਦੇ ਵਿੱਚ ਉਸ ਦੀ ਛਾਂ ਹੇਠਾਂ ਵਸਦੇ ਸਨ। ਜੀ 18 ਤੱਕ ਹੋ ਗਿਆ ਪੂਰਾ, ਹੋ ਗਿਆ ਤੂੰ ਪੂਰਾ। ਪ੍ਰਤਾਪ ਤੇ ਵਡਿਆਈ ਵਿੱਚ ਅਦਨ ਦੇ ਰੁੱਖਾਂ ਵਿੱਚੋਂ ਕਿਹਦੇ ਵਰਗਾ ਹੈ? ਬਸ ਮੇਰੇ ਜਦੋਂ ਮਤਲਬ ਕਹਿਣ ਦਾ ਕਿ ਜਿਹੜਾ ਬਾਗੇ ਅਦਨ ਦਾ ਜਿਹੜਾ ਜੀਵਨ ਦਾ ਬ੍ਰਿਕਸ਼ ਸੀ ਉਹ ਵੀ ਉੱਥੇ ਪ੍ਰਭੂ ਯਹੋਵਾ ਪਰਮੇਸ਼ਰ ਨੂੰ ਸੰਭਾਲ ਕੇ ਰੱਖਿਆ। ਔਰ ਧਰਤੀ ਦੇ ਥੱਲੇ ਨਰਕ ਵੀ ਆ ਔਰ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆ, ਅਲੱਗ-ਅਲੱਗ ਸਥਾਨ ਬਣੇ ਪਏ, ਜਿੱਦਾਂ ਅੰਦਰ ਖਾਨੇ ਬਣੇ ਪਏ ਆ ਧਰਤੀ ਦੇ ਥੱਲੇ ਅੰਡਰਗਰਾਉਂਡ ਦੇ ਵਿੱਚ। ਔਰ ਸਮੁੰਦਰ ਵੀ ਆ ਔਰ ਸਮੁੰਦਰਾਂ ਦੇ ਇੱਕ ਖਾਸ ਜਗ੍ਹਾ ਆ ਜਿਹਨੂੰ ਆਪਾਂ ਕਹਿੰਦੇ ਆ ਕਰਸਟ ਔਰ ਮੈਟਲ, ਉਹਦੇ ਵਿੱਚ ਇੱਕ ਗੈਪ ਆ ਔਰ ਜਿਹਨੂੰ ਕਹਿੰਦੇ ਆ ਮੈਹਰੋਬਿਸਿਕ ਡਿਸਕੰਟੀਨਿਊਟੀ। ਸਾਇੰਸਦਾਨਾਂ ਦੀ ਜ਼ੁਬਾਨ ਦੇ ਵਿੱਚ ਉਹਨੂੰ ਕਹਿੰਦੇ ਆ ਮੈਹਰੋਬਿਸਿਕ ਡਿਸਕੰਟੀਨਿਊਟੀ। ਔਰ ਬਾਗੇ ਏਦਾਂ ਦਾ ਦਰਖਤ ਆ ਜਿਹੜਾ ਉੱਥੇ ਰੱਖਿਆ ਗਿਆ ਔਰ ਇਹਦਾ ਬਹੁਤ ਵੱਡਾ ਇੱਕ ਮਕਸਦ ਆ ਵੀ ਉੱਥੇ ਪ੍ਰਭੂ ਯਹੋਵਾ ਪਰਮੇਸ਼ਰ ਨੇ ਉਹਨੂੰ ਬਾਗੇ ਏਦਾਂ ਨੂੰ ਕਿਉਂ ਛੁਪਾ ਲਿਆ ਕਿ ਜਦੋਂ ਆਪਾਂ ਜ਼ਕਰਿਆ ਦੀ ਕਿਤਾਬ ਪੜ੍ਹਦੇ ਆ 14 ਬਾਬ ਦੀ 4 ਤੋਂ 10 ਐਤ ਬੜੇ ਆਰਾਮ ਦੇ ਨਾਲ ਪੜ੍ਹੇ ਔਰ ਬਹੁਤ ਸਾਰੇ ਸਾਡੇ ਸਵਾਲਾਂ ਦਾ ਜਵਾਬ ਮਿਲਦਾ, ਕਿਉਂਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਇਸ ਧਰਤੀ ਤੇ ਦੁਆਰਾ ਮੁੜ ਕੇ ਆਉਣਾ, ਉਸ ਦਿਨ ਉਸ ਦੇ ਪੈਰ ਜੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ। ਉਸ ਦਿਨ ਪ੍ਰਭੂ ਯਿਸੂ ਮਸੀਹ ਦੇ ਪੈਰ ਜੈਤੂਨ ਦੇ ਪਹਾੜ ਦੇ ਉੱਤੇ ਖੜੇ ਹੋਣਗੇ। ਯਰੂਸ਼ਲਮ ਦੇ ਅੱਗੇ, ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ, ਜੋ ਪੂਰਬ ਵੱਲ ਹੈ, ਅਤੇ ਜੈਤੂਨ ਦਾ ਪਹਾੜ ਚੜ੍ਹਦੇ ਤੋਂ ਲਹਿੰਦੇ ਤੱਕ ਵਿੱਚੋਂ ਪਾਟ ਜਾਵੇਗਾ। ਜੈਤੂਨ ਦਾ ਪਹਾੜ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਉਹ ਪਾਟ ਜਾਵੇਗਾ ਅਤੇ ਇੱਕ ਬਹੁਤ ਵੱਡੀ ਦੂਣ ਹੋ ਜਾਵੇਗੀ। ਇੱਕ ਬਹੁਤ ਵੱਡੀ ਉਹਨਾਂ ਦੇ ਵਿੱਚ ਖੱਡ ਗੈਪ ਪੈ ਜਾਊਗਾ। ਅੱਧਾ ਪਹਾੜ ਉੱਤਰ ਨੂੰ, ਅੱਧਾ ਪਹਾੜ ਉੱਤਰ ਚੜ੍ਹਦੇ ਪਾਸੇ ਅਤੇ ਅੱਧਾ ਦੱਖਣ ਨੂੰ ਸਰਕ ਜਾਵੇਗਾ। ਅੱਧਾ ਪਹਾੜ ਲਹਿੰਦੇ ਪਾਸੇ ਨੂੰ ਸਰਕ ਜਾਵੇਗਾ। ਤੁਸੀਂ ਮੇਰੇ ਪਹਾੜ ਦੀ ਧੂਣ ਦੇ ਵਿੱਚ ਦੀ ਨੱਠੋਗੇ, ਤੁਸੀਂ ਮੇਰੇ ਪਹਾੜ ਦੇ ਦੂਣ ਦੇ ਵਿੱਚ ਦੀ ਨੱਠੋਗੇ। ਜੋ ਪਹਾੜ ਦੀ ਧੂਣ ਅਸਲ ਤੱਕ ਹੋਵੇਗੀ। ਤੁਸੀਂ ਨੱਠੋਗੇ ਜਿਵੇਂ ਯਹੂਦਾ ਦੇ ਪਾਤਸ਼ਾਹ ਉਜੀਆ ਦੇ ਦਿਨਾਂ ਵਿੱਚ ਭੁਚਾਲ ਦੇ ਅੱਗੇ ਨੱਠੇ ਸੋ। ਜਿਸ ਤਰ੍ਹਾਂ ਕਹਿੰਦਾ ਉਜੀਆ ਦੇ ਰਾਜੇ ਦੇ ਦਿਨਾਂ ਦੇ ਵਿੱਚ ਤੁਸੀਂ ਭੁਚਾਲ ਦੇ ਸਮੇਂ ਉਹਦੇ ਅੱਗੇ ਅੱਗੇ ਨੱਠੇ ਸੇ, ਹੁਣ ਵੀ ਤੁਸੀਂ ਨੱਠੋਗੇ। ਮੇਰੇ ਜਦੋਂ ਪ੍ਰਭੂ ਯਿਸੂ ਮਸੀਹ ਜਦੋਂ ਰਸੂਲਾਂ ਦੇ ਕਰਤੱਵ 1 ਬਾਬ ਦੇ 10 ਔਰ 11 ਪੜ੍ਹਦੇ ਆ, ਉੱਥੇ ਜਦੋਂ ਚੇਲਿਆਂ ਦੇ ਨਾਲ ਉਹ ਪ੍ਰਭੂ ਯਿਸੂ ਮਸੀਹ ਗੱਲਾਂ ਕਰ ਰਿਹਾ ਸੀ ਔਰ ਗੱਲਾਂ ਕਰਦਾ ਕਰਦਾ ਉਹ ਸਿੱਧਾ ਉਠਾਇਆ ਗਿਆ ਔਰ ਉਹ ਜੈਤੂਨ ਦਾ ਪਹਾੜ ਸੀਗਾ। ਔਰ ਜਿਸ ਤਰ੍ਹਾਂ ਕਿਹਾ ਗਿਆ ਕਿ ਜਿੱਦਾਂ ਤੁਸੀਂ ਉਹਨੂੰ ਜਾਂਦੇ ਨੂੰ ਦੇਖੋਗੇ, ਇਸੇ ਤਰ੍ਹਾਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਜੈਤੂਨ ਦੇ ਪਹਾੜ ਦੇ ਉੱਤੇ ਵਾਪਸ ਆਉਂਦੇ ਦੇਖੋਗੇ। ਔਰ ਇਹ ਜ਼ਕਰਿਆ ਨਬੀ ਇੱਥੇ ਨਬੂਵਤ ਕਰ ਰਿਹਾ। ਔਰ ਹੁਣ ਇਹਦਾ ਕੀ ਮਕਸਦ ਆ, ਅੱਗੇ ਪੜ੍ਹੀਏ 6 ਬਾਬ ਤੋਂ, ਜਿੱਥੇ ਜਲ ਦੀਆਂ ਨਦੀਆਂ, ਅੰਮ੍ਰਿਤ ਜਲ ਦੀਆਂ ਨਦੀਆਂ, ਇਹਦੀ ਇਸੇ ਦੀ ਜ਼ਕਰਿਆ ਇਉਂ ਹੋਵੇਗਾ ਕਿ ਉਸ ਦਿਨ ਚਾਨਣ ਨਾ ਹੋਵੇਗਾ। ਇਉਂ ਹੋਵੇਗਾ ਉਸ ਦਿਨ ਚਾਨਣ ਨਾ ਹੋਵੇਗਾ। ਆਕਾਸ਼ ਦੇ ਤਾਰੇ ਧੀਮੇ ਪੈ ਜਾਣਗੇ। ਆਕਾਸ਼ ਦੇ ਤਾਰਿਆਂ ਦੀ ਰੋਸ਼ਨੀ ਬਹੁਤ ਧੀਮੀ ਪੈ ਜਾਵੇਗੀ। ਪਰ ਇੱਕ ਦਿਨ ਹੋਵੇਗਾ, ਇੱਕ ਦਿਨ ਹੋਵੇਗਾ ਜਿਹਨੂੰ ਯਹੋਵਾ ਹੀ ਜਾਣਦਾ ਹੈ, ਜਿਹਨੂੰ ਯਹੋਵਾ ਹੀ ਜਾਣਦਾ। ਮੇਰੇ ਜਦੋਂ ਮਤੀ ਰਸੂਲ ਦੀ ਕਿਤਾਬ 24 ਬਾਬ ਦੀ 36 ਆਇਤ ਦੇ ਵਿੱਚ ਉਹਦੇ ਚੇਲੇ ਪੁੱਛਦੇ ਵੀ ਪ੍ਰਭੂ ਸਾਨੂੰ ਦੱਸ ਸਮਾਂ ਉਹ ਘੜੀ ਕਦੋਂ ਹੋਵੇਗੀ, ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਜਵਾਬ ਦਿੱਤਾ ਕਿ ਉਸ ਘੜੀ ਨੂੰ ਕੋਈ ਨਹੀਂ ਜਾਣਦਾ ਕਿ ਮੈਂ ਦੁਆਰਾ ਵਾਪਸ ਕਦੋਂ ਆਉਣਾ ਹੈ, ਕੇਵਲ ਪਿਤਾ ਹੀ ਜਾਣਦਾ। ਉਹਨੂੰ ਕਿਹਾ ਕੋਈ ਸਵਰਗਦੂਤ ਵੀ ਨਹੀਂ ਜਾਣਦਾ, ਨਾ ਮੈਂ ਜਾਣਦਾ, ਕੇਵਲ ਪਿਤਾ ਪਰਮੇਸ਼ਵਰ ਹੀ ਜਾਣਦਾ ਹੈ ਕਿ ਦੁਆਰਾ ਉਹ ਸਮਾਂ ਕਦੋਂ ਆਵੇਗਾ। ਉਹਦੀ ਇਹ ਗੱਲ ਕਰ ਰਹੇ ਆ ਇੱਥੇ। ਹਾਂਜੀ, ਨਾ ਦਿਨ ਹੋਵੇਗਾ, ਨਾ ਦਿਨ ਹੋਵੇਗਾ, ਨਾ ਰਾਤ, ਪਰ ਸ਼ਾਮਾਂ ਦੇ ਵੇਲੇ ਚੜ੍ਹਨਾ ਹੋਵੇਗਾ। ਸ਼ਾਮਾਂ ਦੇ ਵੇਲੇ ਚਾਨਣਾ ਜਿਹਾ ਹੋਵੇਗਾ। ਉਸ ਦਿਨ ਇਉਂ ਹੋਵੇਗਾ, ਉਸ ਦਿਨ ਇਉਂ ਹੋਵੇਗਾ ਕਿ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿਕਲੇਗਾ। ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿਕਲੇਗਾ। ਅੱਗੇ ਨਿਕਲੇਗਾ, ਜਿਸ ਦਾ ਅੱਧ ਚੜ੍ਹਦੇ ਪਾਸੇ ਦੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਲਹਿੰਦੇ ਪਾਸੇ ਦੇ ਸਮੁੰਦਰ ਵਿੱਚ। ਜਿਸ ਦਾ ਅੱਧ ਜਦੋਂ ਅੰਮ੍ਰਿਤ ਜਲ ਦੀ ਉੱਥੋਂ ਨਦੀ ਨਿਕਲੇਗੀ ਤਾਂ ਉਹਦਾ ਅੱਧ ਸਮੁੰਦਰ ਦੇ ਚੜ੍ਹਦੇ ਪਾਸੇ ਔਰ ਉਹਦਾ ਅੱਧ ਸਮੁੰਦਰ ਦੇ ਲਹਿੰਦੇ ਪਾਸੇ ਹੋਵੇਗਾ। ਮੇਰੇ ਸਿੱਧੋ ਇੱਥੇ ਬਹੁਤ ਵੱਡਾ ਇੱਕ ਭੇਤ ਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਜੈਤੂਨ ਦੇ ਪਰਬਤ ਦੇ ਉੱਤੇ ਆਣ ਕੇ ਪੈਰ ਰੱਖਣਾ ਤੇ ਉਹ ਜਿਹੜਾ ਉੱਥੇ ਪਾਰਟੀਸ਼ਨ ਹੋ ਜਾਣਾ, ਉੱਥੇ ਖੱਡ ਪੈ ਜਾਣੀ ਔਰ ਥੱਲੇ ਜਿਹੜਾ ਬਾਗੇ ਦਨਿਆ ਉਹਦੇ ਉੱਪਰ ਆ ਜਾਣਾ ਔਰ ਉੱਥੋਂ ਜਿਹੜੀ ਉਹ ਅੰਮ੍ਰਿਤ ਜਲ ਦੀ ਨਦੀ ਆ ਉਹ ਨਿਕਲਣੀ ਆ।
ਔਰ ਉਹ ਇੱਕ ਪਾਸੇ ਨੂੰ ਚੜ੍ਹਦੇ ਪਾਸੇ ਨੂੰ ਔਰ ਇੱਕ ਪਾਸੇ ਲਹਿੰਦੇ ਪਾਸੇ ਨੂੰ ਉਹਨੇ ਸਮੁੰਦਰ ਦੇ ਵਿੱਚ ਜਾ ਕੇ ਪੈ ਜਾਣਾ ਹੈ। ਉਹਦੀ ਗੱਲ ਕਰ ਰਿਹਾ ਜ਼ਕਰੀਆ ਨਬੀ ਕਿ ਅੰਮ੍ਰਿਤ ਜਲਦੀ ਨਦੀ ਉਥੋਂ ਫੁੱਟ ਨਿਕਲੇਗੀ। ਇਹ ਉਹ ਗੱਲ ਆ। ਔਰ ਮੇਰੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਦੁਆਰਾ ਇਸ ਧਰਤੀ ਤੇ ਆਉਣਾ, ਜਦੋਂ ਆਪਾਂ ਪ੍ਰਕਾਸ਼ਿਤ ਵਾਕਿਆ 19 ਬਾਬ ਦੇ ਵਿੱਚ ਵੀ ਪੜ੍ਹਦੇ ਆ ਕਿ ਪਰਮੇਸ਼ਵਰ ਨੇ ਲੱਖਾਂ ਮਹਾਦੂਤਾਂ ਦੇ ਨਾਲ ਆਉਣਾ ਹੈ ਔਰ 1000 ਸਾਲ ਦੇ ਲਈ ਪ੍ਰਕਾਸ਼ਿਤ ਵਾਕਿਆ 20 ਬਾਬ ਦੇ ਵਿੱਚ ਆਣ ਕੇ ਸ਼ੈਤਾਨ ਨੂੰ 1000 ਸਾਲ ਦੇ ਲਈ ਅਥਾ ਕੜੇ ਦੇ ਵਿੱਚ ਅਥਾ ਗੜ ਦੇ ਵਿੱਚ ਉਹਨੂੰ ਬੰਨ੍ਹ ਦੇਣਾ ਹੈ। ਔਰ ਫਿਰ ਪ੍ਰਭੂ ਯਿਸੂ ਮਸੀਹ ਨੇ 1000 ਸਾਲ ਦੇ ਲਈ ਧਰਤੀ ਤੇ ਫਿਜ਼ੀਕਲ ਰੂਪ ਦੇ ਵਿੱਚ ਸਰੀਰ ਦੇ ਵਿੱਚ ਰਾਜ ਕਰਨਾ ਹੈ। ਔਰ ਉਹ ਹੀ ਬਾਗੇ ਅਦਨ ਜਿਹੜਾ ਆ ਜਰੂਸ਼ਲਮ ਦੇ ਵਿੱਚ ਦੁਆਰਾ ਵਾਪਸ ਆ ਜਾਣਾ। ਇਹ ਸਾਨੂੰ ਇਸ ਤਸਵੀਰ ਨੂੰ ਦੱਸਦਾ ਹੈ। ਔਰ ਮੇਰੇ ਜਦੋਂ ਪ੍ਰਭੂ ਯਿਸੂ ਮਸੀਹ ਦੇ ਨਾਲ ਲੱਖਾਂ ਮਹਾਦੂਤਾਂ ਦੇ ਨਾਲ ਆਉਣਾ ਹੈ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਖਾਤਰ ਆਪਣਾ ਮਹਾਨ ਬਲੀਦਾਨ ਦਿੱਤਾ ਹੈ, ਉਹਨਾਂ ਨੇ ਵੀ ਵਾਪਸ ਆਉਣਾ ਹੈ। ਜਿਹੜੇ ਲੋਕ ਬਹੁਤ ਸਤਾਏ ਗਏ, ਲੋਕਾਂ ਨੇ ਬਹੁਤ ਮਤਲਬ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਲੱਖਾਂ ਦੂਤਾਂ ਨੇ ਵੀ ਪਰਮੇਸ਼ਵਰ ਦੇ ਪ੍ਰਭੂ ਯਿਸੂ ਮਸੀਹ ਦੇ ਨਾਲ ਉਹਨਾਂ ਇਨਸਾਨਾਂ ਦੇ ਦੁਆਰਾ ਵਾਪਸ ਆਉਣਾ ਹੈ ਔਰ ਮਿਨਿਸਟਰ ਬਣ ਕੇ ਇਸ ਧਰਤੀ ਤੇ 1000 ਸਾਲ ਤੱਕ ਫਿਜ਼ੀਕਲ ਰੂਪ ਦੇ ਵਿੱਚ ਰਾਜ ਕਰਨਾ ਹੈ। ਹਾਂਜੀ, ਔਰ ਇਹ ਆ ਇਹਦੀ ਬਹੁਤ ਵੱਡੀ ਗੱਲ ਕਿ ਉਹਨੂੰ ਛੁਪਾਉਣ ਦਾ ਕੀ ਮਕਸਦ ਸੀਗਾ। ਮੇਰੇ ਜਦੋਂ ਇਹ ਉਹਦਾ ਭੇਜ ਆ ਵੀ ਉਹਨੂੰ ਛੁਪਾਉਣ ਦਾ ਕੀ ਮਤਲਬ ਆ। ਔਰ ਹੁਣ ਆਪਾਂ ਦੇਖਦੇ ਆ ਕਿ ਇਹਦਾ ਆਤਮਿਕ ਮਤਲਬ ਕੀ ਆ। 12 ਪ੍ਰਕਾਰ ਦੇ ਜਿਹੜੇ ਫਲ ਲੱਗਦੇ, ਉਹਦਾ ਆਤਮਿਕ ਮਤਲਬ ਕੀ ਹੈ। ਔਰ ਇਹਦੇ ਲਈ ਆਪਾਂ ਵਚਨ ਪੜਾਂਗੇ ਗਲਾਤੀਆਂ 5 ਬਾਬ ਦੀ 22 ਹੈ। ਗਲਾਤੀਆਂ 5 ਬਾਬ ਦੀ 22 ਹੈ। ਪਰ ਆਤਮਾ ਦਾ ਫਲ ਇਹ ਹੈ ਪ੍ਰੇਮ ਆਨੰਦ। ਮੇਰੇ ਜਦੋਂ ਪੌਲੁਸ ਰਸੂਲ ਜੀ ਲਿਖਦੇ ਆ ਕਿ ਸਾਡੇ ਫੁੱਫੜ ਜੀ ਵੀ ਇਹ ਬਹੁਤ ਗੱਲ ਕਹਿੰਦੇ ਹੁੰਦੇ ਸੀ ਕਿ ਮੈਂ ਚਾਹੇ ਫਰਿਸ਼ਤਿਆਂ ਦੀਆਂ ਬੋਲੀਆਂ ਬੋਲ ਲਵਾਂ, ਚਾਹੇ ਮੈਂ ਆਪਣਾ ਜੀਵਨ ਸੜਨ ਲਈ ਦੇ ਦੇਵਾਂ, ਜੇ ਅਗਰ ਮੇਰੇ ਅੰਦਰ ਪਿਆਰ ਨਹੀਂ, ਪ੍ਰੇਮ ਨਹੀਂ, ਤਾਂ ਮੇਰੇ ਅੰਦਰ ਕੁਛ ਵੀ ਨਹੀਂ। ਔਰ ਏਦਾਂ ਵੀ ਲਿਖਿਆ ਗਿਆ ਕਿ ਸੰਚਨਾਤਾ ਜਾਨ ਔਰ ਠੰਡ ਨਾਤੀ ਪਿੱਤਲ ਦੀ ਤਰ੍ਹਾਂ ਹੈ। ਹਾਂਜੀ, ਅੱਗਾ ਸ਼ਾਂਤੀ ਪ੍ਰੇਮ ਤੋਂ ਬਾਅਦ ਆਨੰਦ, ਪ੍ਰੇਮ ਆਨੰਦ ਸ਼ਾਂਤੀ। ਪ੍ਰੇਮ ਆਨੰਦ ਸ਼ਾਂਤੀ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਹਰ ਹਾਲ ਦੇ ਵਿੱਚ ਤੁਸੀਂ ਪਰਮੇਸ਼ਵਰ ਦੇ ਨਾਲ ਆਨੰਦਿਤ ਰਹੋ ਔਰ ਸ਼ਾਂਤੀ ਦੇ ਵਿੱਚ ਰਹੋ, ਕਿਉਂਕਿ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ ਰਾਜਕੁਮਾਰ ਆ। ਜਿੱਥੇ ਪ੍ਰਭੂ ਯਿਸੂ ਮਸੀਹ ਆ ਜਾਂਦਾ ਉੱਥੇ ਸ਼ਾਂਤੀ ਆ ਜਾਂਦੀ ਹੈ। ਉੱਥੇ ਸੁੱਖ ਔਰ ਸ਼ਾਂਤੀ ਵਾਲਾ ਆਤਮਾ ਉਸ ਘਰ ਦੇ ਉੱਤੇ ਆਣ ਕੇ ਠਹਿਰ ਜਾਂਦਾ ਹੈ। ਹਾਂਜੀ, ਅੱਗੇ ਧੀਰਜ ਦਿਆਲਗੀ। ਧੀਰਜ, ਹਰ ਕੰਮ ਜਿਹੜਾ ਧੀਰਜ, ਕਿਉਂਕਿ ਉਪਦੇਸ਼ਕ ਦੀ ਪੋਥੀ ਦੇ ਵਿੱਚ ਲਿਖਿਆ ਗਿਆ ਕਿ ਕਾਲੇ ਲਈ ਕੋਈ ਦੌੜ ਨਹੀਂ। ਇਸ ਦੁਨੀਆ ਦੇ ਅੰਦਰ ਹਰ ਇਨਸਾਨ ਅੱਜ ਕਾਲੇ ਤੋਂ ਕਾਲਾ ਆ, ਲੇਕਿਨ ਅਸੀਂ ਧੀਰਜ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਦੇ ਰਹਿਣਾ ਹੈ। ਦਿਆਲਗੀ ਮਤਲਬ ਦਇਆ ਵਾਲਾ ਸਾਡਾ ਸੁਭਾਅ ਹੋਣਾ ਚਾਹੀਦਾ, ਕਿਉਂਕਿ ਖੁਦਾ ਦੇ ਪਾਕ ਕਲਾਮ ਚ ਮਤੀ ਰਸੂਲ ਚ ਲਿਖਿਆ ਕਿ ਧੰਨ ਉਹ ਇਨਸਾਨ ਜਿਹੜੇ ਦਇਆਵਾਨ ਆ, ਕਿਉਂਕਿ ਤੁਹਾਡੇ ਉੱਤੇ ਵੀ ਦਇਆ ਕੀਤੀ ਜਾਵੇਗੀ। ਹਾਂਜੀ, ਅੱਗੇ ਭਲਾਈ। ਹਰ ਹਾਲ ਦੇ ਵਿੱਚ ਸਾਨੂੰ ਭਲਾਈ ਕਰਦੇ ਰਹਿਣਾ ਚਾਹੀਦਾ। ਖੁਦਾ ਦੇ ਪਾਕ ਕਲਾਮ ਤੇ ਲਿਖਿਆ ਕਿ ਸਾਰੀਆਂ ਚੀਜ਼ਾਂ ਮਿਲ ਕੇ ਸਾਡੇ ਭਲਾਈ ਹੀ ਪੈਦਾ ਕਰਦੀਆਂ ਹਨ। ਵਫਾਦਾਰੀ। ਪ੍ਰਭੂ ਯਿਸੂ ਮਸੀਹ ਦੇ ਨਾਲ ਅਸੀਂ ਆਖਰੀ ਸਾਹ ਤੱਕ ਵਫਾਦਾਰੀ ਦੇ ਨਾਲ ਚੱਲਣਾ ਹੈ। ਨਰਮਾਈ, ਬਹੁਤ ਸਹਿਜ ਤਰੀਕੇ ਦੇ ਨਾਲ ਆਪਣਾ ਸੁਭਾਅ ਜਿਹੜਾ ਸਿੱਧਾ ਸਾਦਾ ਹੋਣਾ ਚਾਹੀਦਾ ਔਰ ਬੜੀ ਨਰਮਾਈ ਦੇ ਨਾਲ ਅਸੀਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਹੈ। ਸੰਜਮ ਮਤਲਬ ਬਹੁਤ ਸੰਜਮ ਦੇ ਨਾਲ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਪਿੱਛੇ ਉਹਦੇ ਚੱਲਣਾ, ਕਿਉਂਕਿ ਕਾਮਿਲ ਕਰਨੇ ਵਾਲੇ ਯਿਸੂ ਮਸੀਹ को तकते रहो। ये पवित्र आत्मा के 9 फल आ और ਜਿਹੜੇ कि हर इंसान के अंदर ये क्वालिटी होनी चाहिए। जिन्होंने खास करके पवित्र आत्मा पाया, जिन्हों के अंदर ये फल नहीं, उन्होंने अंदर कोई पवित्र आत्मा नहीं। और मेरे जो जिस तरह प्रकाशित वाक्या 3 बाब 11 च लिखा कि जो कुछ तेरे कोल आ इनू तकड़ाई नाल फड़ी रख तां जो तेरे जीवन का मुकट तेरे कोलों कोई खो ना लवे। मेरे जो जे अगर साडे अंदर ये क्वालिटी होगी, आखिरी साह तक असीं खुदा दे नाल वफादारियां चलांगे, तां ही असीं खुदा दी बादशाह दे विच जा सकते हैं। और मेरे जो अगला विचार आ ये जिहड़ा जीवन का दरखत आ ये की चीज़ आ। और जदों आपां पुराने ऐतनामे दे विच लिखिया कि अब्राहम, इसहाक, याकूब वो जिहड़े आ वो इस जीवन के दरखत दे तना आ और जिहड़े 12 फल आ उहदे 12 गोत्र आ और जिहड़ियां इहदियां जड़ां आ वो यहोवा परमेश्वर आ। जिस तरह आपां यिर्मयाह नबी दी पुस्तक जो पढ़दे आ 17 बाब दी 8 है, 17 बाब दी 8 यिर्मयाह 17 बाब दी 8 है। ਉਹ ਉਸ ਦ੍ਰਿਸ਼ ਵਾਂਗੂ ਹੈ। ਉਹ
ਬ੍ਰਿਕਸ਼ ਵਾਂਗੂ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਪਾਣੀ ਵਾਂਗੂ ਉਹਦੇ ਨਦੀ ਦੇ ਕੰਢੇ ਤੇ ਲੱਗਾ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ। ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਨੂੰ ਫੈਲਾਉਂਦਾ ਹੈ। ਜਦ ਗਰਮੀ ਆਵੇ ਤਾਂ ਉਹਨੂੰ ਕੁਝ ਡਰ ਨਹੀਂ, ਜਦੋਂ ਗਰਮੀ ਆਵੇ ਤਾਂ ਉਹਨੂੰ ਕੋਈ ਡਰ ਨਹੀਂ, ਚਾਹੇ 60 ਡਿਗਰੀ ਸੈਂਟੀਗ੍ਰੇਡ ਵੀ ਹੋ ਜਾਵੇ, ਸਗੋਂ ਉਹਦੇ ਪੱਤੇ ਹਰੇ ਰਹਿੰਦੇ ਹਨ। ਸਗੋਂ ਉਹਦੇ ਪੱਤੇ ਹਰੇ ਭਰੇ ਰਹਿੰਦੇ ਹਨ। ਮੇਰੇ ਅਜ਼ੀਜ਼ੋ, ਹਾਂਜੀ, ਔੜ ਦੇ ਵਰੇ ਉਹਨੂੰ ਚਿੰਤਾ ਨਾ ਹੋਵੇਗੀ। ਔੜ ਦੇ ਬਾਰੇ ਉਹਨੂੰ ਕੋਈ ਚਿੰਤਾ ਨਾ ਹੋਵੇਗੀ। ਜਿਨ੍ਹਾਂ ਦੀਆਂ ਜੜ੍ਹਾਂ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਨਾਲ ਲੱਗੀਆਂ ਹੋਈਆਂ, ਉਹ ਚਾਹੇ ਕਿੰਨੀ ਮਰਜ਼ੀ ਦੁੱਖ ਮੁਸੀਬਤ ਦੇ ਵਿੱਚ ਹੋਵੇ, ਕਦੀ ਵੀ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਡੋਲਣ ਨਹੀਂ ਦਿੰਦਾ। ਔਰ ਇਹ ਸਾਨੂੰ ਇਹ ਦੱਸਦਾ ਹੈ। ਔਰ ਜਦੋਂ ਆਪਾਂ ਵਿਵਸਥਾ ਸਾਹਿਬ ਦੀ ਕਿਤਾਬ ਪੜ੍ਹਦੇ ਹਾਂ, 1 ਬਾਬ ਦੀ 23 ਤੋਂ 25 ਹੈ, ਵਿਵਸਥਾ ਦਾ 1 ਬਾਬ ਦੀ 23 ਤੋਂ 25 ਹੈ। ਇਹ ਗੱਲ ਮੈਨੂੰ ਚੰਗੀ ਲੱਗੀ ਇਹ ਗੱਲ ਮੈਨੂੰ ਚੰਗੀ ਲੱਗੀ। ਤਾਂ ਮੈਂ ਤੁਹਾਡੇ ਵਿੱਚੋਂ 12 ਮਨੁੱਖ ਹਾਂਜੀ, ਮੂਸਾ ਜੀ ਕਹਿ ਰਿਹਾ ਕਿ ਮੈਂ ਤੁਹਾਡੇ ਵਿੱਚੋਂ 12 ਮਨੁੱਖ ਅਲੱਗ-ਅਲੱਗ ਕਬੀਲਿਆਂ ਦੇ ਹਰ ਗੋਤ ਤੋਂ ਇੱਕ ਕਰਕੇ ਲਏ। ਹਰ ਗੋਤ ਤੋਂ ਇੱਕ ਕਰਕੇ ਮੈਂ ਲਏ ਹਨ। ਉਹ ਮੁੜ ਕੇ ਪਹਾੜੀ ਦੇਸ਼ ਉੱਤੇ ਚੜ ਗਏ ਉਹ ਮੁੜ ਕੇ ਪਹਾੜੀ ਦੇਸ਼ ਉੱਤੇ ਚੜ ਗਏ ਅਤੇ ਅਸ਼ਕੋਲ ਦੀ ਵਾਦੀ ਵਿੱਚ ਪੁੱਜ ਕੇ ਉਹਦਾ ਖੋਜ ਕੱਢਿਆ। ਅਸ਼ਕੋਲ ਦੀ ਵਾਦੀ ਦੇ ਵਿੱਚ ਪਹੁੰਚ ਕੇ ਉਹਦਾ ਫਲ ਕੱਢ ਕੇ ਲਿਆਏ, ਉਹਦੀ ਖੋਜ ਕੱਢ ਕੇ ਲਿਆਏ। ਉਹ ਆਪਣੇ ਹੱਥਾਂ ਵਿੱਚ ਉਸ ਦੇਸ਼ ਦਾ ਫਲ ਲੈ ਕੇ ਸਾਡੇ ਕੋਲ ਲਿਆਏ। ਉਹ ਆਪਣੇ ਹੱਥਾਂ ਦੇ ਵਿੱਚ ਆਪਣਾ ਆਪਣਾ ਫਲ ਲੈ ਕੇ ਆਏ। ਤੇ ਉੱਥੇ ਜਿਹੜਾ ਕਨਾਨ, ਅਸ਼ਕੋਲ ਦੀ ਵਾਦੀ ਆ, ਜਿਹੜਾ ਉਹਨੂੰ ਕਨਾਨ ਦੇਸ਼ ਕਿਹਾ ਜਾਂਦਾ। ਮੇਰੇ ਅਜ਼ੀਜ਼ੋ, ਜਿਹੜਾ ਕਨਾਨ ਦੇਸ਼ ਹੈ, ਉਸ ਸਮੇਂ ਦਾ ਜਿਹੜੇ ਮਿਸਰ ਦੇ ਵਿੱਚ ਜਦੋਂ ਗੁਲਾਮੀ ਦੇ ਵਿੱਚ ਸੀ, ਉਹਨਾਂ ਦੇ ਲਈ ਕਨਾਨ ਦੇਸ਼ ਜਿਹੜਾ ਇੱਕ ਸਵਰਗ ਸੀਗਾ। ਔਰ ਉਸ ਸਮੇਂ ਦਾ ਜਿਹੜਾ ਸਵਰਗ ਆ, ਅੱਜ ਉਦੋਂ ਉਹ ਸਵਰਗ ਸੀਗਾ ਧਰਤੀ ਦੇ ਉੱਤੇ। ਅੱਜ ਉਹ ਸਵਰਗ ਆ ਜਿਹੜਾ ਕਿ ਪ੍ਰਕਾਸ਼ਿਤ ਵਾਕਿਆ 21 ਬਾਬ ਦੇ ਵਿੱਚ ਆ ਕਿ ਜਰੂਸ਼ਲਮ ਦੀ ਨਗਰੀ ਨੇ ਜਦੋਂ ਥੱਲੇ ਉਤਰ ਆਉਣਾ ਹੈ। ਔਰ ਮੇਰੇ ਅਜ਼ੀਜ਼ੋ, ਉਹ ਦੁਨਿਆਵੀ ਸੀਗਾ, ਇਹ ਆਤਮਿਕ ਸਵਰਗ ਨੇ ਥੱਲੇ ਉਤਰ ਆਉਣਾ ਹੈ। ਔਰ ਜਦੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਖੁਦਾ ਦੇ ਕਲਾਮ ਦੀਆਂ। ਔਰ ਜਿਹੜਾ ਅਗਲਾ ਵਿਚਾਰ ਆ ਕਿ ਇਹ ਜੀਵਨ ਦਾ ਦਰਖਤ ਕੀ ਆ, ਔਰ ਇਹਦੇ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸੱਚੀ ਅੰਗੂਰ ਦੀ ਬੇਲ ਮੈਂ ਹਾਂ। ਯਹੂਨਾ ਦੀ ਪੁਸਤਕ 15 ਬਾਬ ਦੀ 1 ਤੋਂ 3 ਤੱਕ ਪੜ੍ਹਦੇ ਜੀ। ਇਹਦੇ ਵਿੱਚੋਂ ਮੇਰੇ ਪੁਆਇੰਟਸ ਕੱਲ ਰਹਿ ਗਏ ਸੀ, ਉਹਨਾਂ ਨੂੰ ਮੈਂ ਦੁਬਾਰਾ ਕਲੀਅਰ ਕਰਨਾ ਚਾਹੁੰਦਾ ਕਿ ਪੱਤੀਆਂ ਕਿਸ ਚੀਜ਼ ਨੂੰ ਦੱਸਦੀਆਂ, ਫਲ ਕਿਸ ਚੀਜ਼ ਨੂੰ ਦੱਸਦੇ, ਤਣਾ ਕਿਸ ਚੀਜ਼ ਨੂੰ ਦੱਸਦਾ, ਔਰ ਜੜ੍ਹਾਂ ਕਿਸ ਚੀਜ਼ ਨੂੰ ਦੱਸਦੀਆਂ। ਮੈਂ ਸੱਚੀ ਅੰਗੂਰ ਦੀ ਬੇਲ ਹਾਂ ਮੈਂ ਸੱਚੇ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਬਾਨ ਹੈ। ਮੇਰਾ ਪਿਤਾ ਬਾਗਬਾਨ ਹਾਂ, ਮਤਲਬ ਮੇਰਾ ਪਿਤਾ ਇਸ ਬਾਗ ਦਾ ਮਾਲਕ ਹੈ। ਹਾਂਜੀ, ਇੱਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਹਰ ਇੱਕ ਟਹਿਣੀ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ, ਔਰ ਫਲ ਨਹੀਂ ਦਿੰਦੀ, ਉਹ ਫਲ ਨਹੀਂ ਦਿੰਦੀ, ਉਹ ਉਸ ਨੂੰ ਲਾਹ ਸੁੱਟਦਾ ਹੈ। ਉਹ ਉਸ ਨੂੰ ਲਾਹ ਸੁੱਟਦਾ ਹੈ, ਦਰਖਤ ਨੂੰ ਲਾਹ ਸੁੱਟਦਾ ਹੈ। ਹਰੇਕ ਜੋ ਫਲ ਦਿੰਦੀ ਹੈ ਹਰੇਕ ਜੋ ਫਲ ਦਿੰਦੀ ਹੈ, ਉਹ ਉਸ ਨੂੰ ਛਾਂਗਦਾ ਹੈ। ਉਹ ਉਸ ਨੂੰ ਛਾਂਗਦਾ ਹੈ। ਮੇਰੇ ਜ਼ਿੱਦੋ, ਜਿਹੜੀ ਕਿ ਕੋਈ ਵੀ ਫਲ ਦਿੰਦਾ ਉਹਨੂੰ ਛਾਂਗਿਆ ਜਾਂਦਾ। ਜੋ ਛਾਂਗਦੇ ਆ ਤਾਂ ਥੋੜੀ ਜਿਹੀ ਤਕਲੀਫ ਹੁੰਦੀ ਹੈ। ਹਾਂਜੀ, ਤਾੜਦਾ ਹੈ। ਹਾਂਜੀ, ਤਾਂ ਜੋ ਹੋਰ ਵੀ ਫਲ ਦੇਵੇ। ਤਾਂ ਜੋ ਹੋਰ ਵੀ ਫਲ ਦੇਵੇ। ਤੁਸੀਂ ਤਾਂ ਉਸ ਵਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਤੁਸੀਂ ਉਸ ਵਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ। ਸਾਫ਼ ਹੋ ਚੁੱਕੇ ਹੋ। ਤੁਸੀਂ ਮੇਰੇ ਵਿੱਚ ਰਹੋ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਔਰ ਮੈਂ ਤੁਹਾਡੇ ਵਿੱਚ ਰਹਾ। ਇਸ ਪ੍ਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ, ਜੇ ਟਾਹਣੀ ਅੰਗੂਰ ਦੀ ਬੇਲ ਦੇ ਵਿੱਚ ਨਾ ਰਹੇ, ਆਪਣੇ ਆਪ ਫਲ ਨਹੀਂ ਦੇ ਸਕਦੀ। ਆਪਣੇ ਆਪ ਫਲ ਨਹੀਂ ਦੇ ਸਕਦੇ। ਮੇਰੇ ਜਦੋਂ ਸਾਨੂੰ ਉਸ ਟਾਹਣੀ ਦੇ ਨਾਲ, ਉਸ ਦਰਖਤ ਦੇ ਨਾਲ ਲੱਗੇ ਰਹਿਣਾ ਹੈ। ਹਾਂਜੀ, ਇਸੇ ਪ੍ਰਕਾਰ ਇਸੇ ਪ੍ਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ, ਜੇ ਤੁਸੀਂ ਮੇਰੇ ਵਿੱਚ ਨਾ ਰਹੋ, ਫਲ ਨਹੀਂ ਦੇ ਸਕਦੇ। ਫਲ ਨਹੀਂ ਦੇ ਸਕਦੇ। ਅੰਗੂਰ ਦੀ ਬੇਲ ਮੈਂ ਹਾਂ, ਸੱਚੀ ਅੰਗੂਰ ਦੀ ਬੇਲ ਮੈਂ ਹਾਂ। ਤੁਸੀਂ ਟਹਿਣੀਆਂ ਹੋ ਤੁਸੀਂ ਟਹਿਣੀਆਂ ਹੋ ਜੋ ਮੇਰੇ ਵਿੱਚ ਰਹਿੰਦਾ ਹੈ, ਜੋ ਮੇਰੇ ਵਿੱਚ ਰਹਿੰਦਾ ਹੈ, ਅਤੇ ਮੈਂ ਉਸ ਵਿੱਚ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ। ਸੋਈ ਬਹੁਤਾ ਫਲ ਦਿੰਦਾ ਹੈ। ਮੇਰੇ ਜ਼ਿੱਦੋ, ਕਿਉਂ ਜੋ ਮੈਥੋਂ ਵੱਖਰੇ ਹੋ ਕੇ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਮੇਰੇ ਜ਼ਿੱਦੋ, ਪ੍ਰਭੂ ਯਿਸੂ ਮਸੀਹ ਤੋਂ ਜੁਦਾ ਹੋ ਕੇ ਆਪਾਂ ਕੁਝ ਨਹੀਂ ਕਰ ਸਕਦੇ। ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਉਸ ਜੀਵਨ ਦੇ ਬ੍ਰਿਕਸ਼ ਦੇ ਨਾਲ, ਪ੍ਰਭੂ ਯਿਸੂ ਮਸੀਹ ਦੇ ਨਾਲ ਹਮੇਸ਼ਾ ਲੱਗੇ ਰਹੀਏ। ਔਰ ਜਿਹੜਾ ਜੀਵਨ ਦਾ ਬ੍ਰਿਕਸ਼ ਆ, ਉਹ ਅਸਲੀ ਪ੍ਰਭੂ ਯਿਸੂ ਮਸੀਹ ਆ। ਔਰ ਜਦੋਂ ਆਪਾਂ ਇੱਕ ਵਚਨ ਪੜ੍ਹਦੇ ਹਾਂ, ਪਹਿਲਾ ਕਰੰਥੀਆਂ 15 ਬਾਬ ਦੀ 20 ਤੋਂ 23 ਹੈ।
ਪਹਿਲਾ ਕਰੰਥੀਆਂ 15 ਬਾਬ ਦੀ 20 ਤੋਂ 23 ਹੈ। ਨਾਲੇ ਅਸੀਂ ਪਰਮੇਸ਼ਰ ਦੇ ਝੂਠੇ ਗਵਾਹ ਠਹਿਰੇ। ਪਹਿਲਾ ਕਰੰਥੀਆਂ 15 ਬਾਬ ਦੀ 20 ਤੋਂ 23। 15 ਦੀ। ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਸੁੱਤਿਆ ਹੋਇਆ ਦਾ ਪਹਿਲਾ ਫਲ, ਸੁੱਤਿਆ ਹੋਇਆਂ ਦਾ ਪਹਿਲਾ ਪਹਿਲਾ ਫਲ, ਮਤਲਬ ਜਿਹੜੇ ਮਸੀਹ ਵਿੱਚ ਸੌਂ ਗਏ ਉਹਨਾਂ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਜਾਗ ਉੱਠਿਆ, ਔਰ ਸੁੱਤਿਆ ਹੋਇਆਂ ਦਾ ਪਹਿਲਾ ਫਲ ਪ੍ਰਭੂ ਯਿਸੂ ਮਸੀਹ ਹੈ। ਹਾਂਜੀ, ਜਦ ਮਨੁੱਖ ਦੇ ਰਾਹੀਂ ਮੌਤ ਹੋਈ, ਜਾਂ ਮਨੁੱਖ ਦੇ ਰਾਹੀਂ ਆਦਮ ਦੇ ਰਾਹੀਂ ਮੌਤ ਆਈ, ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਹੋਈ। ਤਾਂ ਮਨੁੱਖ ਦੇ ਰਾਹੀਂ, ਮਨੁੱਖ ਦੇ ਪੁੱਤਰ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਹੋਵੇਗੀ ਪ੍ਰਭੂ ਯਿਸੂ ਮਸੀਹ ਦੇ ਦੁਆਰਾ। ਮੇਰੇ ਜਦੋਂ ਆਪਾਂ ਅੱਜ ਕੈਥੋਲਿਕ ਕਲੀਸਿਆ ਵਾਲੇ ਮਾਤਾ ਮਰੀਮ ਜੀ ਦੀ ਜਦੋਂ ਪ੍ਰੇਅਰ ਪੜ੍ਹਦੇ ਆ ਤਾਂ ਉਹ ਕਹਿੰਦੇ ਆ ਕਿ ਧੰਨ ਹੈ ਤੇਰੇ ਪੇਟ ਦਾ ਫਲ ਯਿਸੂ, ਔਰ ਇੱਧਰ ਵੀ ਪ੍ਰਭੂ ਯਿਸੂ ਮਸੀਹ ਨੂੰ ਸੁੱਤਿਆ ਹੋਇਆ ਦਾ ਪਹਿਲਾ ਫਲ ਕਿਹਾ ਗਿਆ ਹੈ। ਔਰ ਜਿਹੜਾ ਟ੍ਰੀ ਆਫ ਲਾਈਫ ਹੈ, ਜੀਵਨ ਦਾ ਬ੍ਰਿਕਸ਼ ਆ, ਪ੍ਰਭੂ ਯਿਸੂ ਮਸੀਹ ਉਹ ਦਰਸਾਉਂਦਾ ਹੈ। ਔਰ ਪ੍ਰਭੂ ਯਿਸੂ ਮਸੀਹ ਨੇ ਸੂਲੀ ਦੇ ਉੱਤੇ ਆਪਣੀ ਜਾਨ ਦਿੱਤੀ ਹੈ। ਜਦੋਂ ਆਪਾਂ ਔਰ ਪ੍ਰਭੂ ਯਿਸੂ ਮਸੀਹ ਨੇ ਸੂਲੀ ਉੱਤੇ ਜਾਨ ਦੇ ਕੇ ਸਾਡੇ ਤੁਹਾਡੇ ਲਈ, ਸਾਰੀ ਦੁਨੀਆ ਦੇ ਲਈ ਮੁਕਤੀ ਦਾ, ਨਜਾਤ ਦਾ, ਸਲਵੇਸ਼ਨ ਦਾ ਰਸਤਾ ਖੋਲ ਦਿੱਤਾ ਹੈ। ਔਰ ਇਹਦੇ ਲਈ ਆਪਾਂ ਇੱਕ ਵਚਨ ਪੜਾਂਗੇ, ਪਹਿਲਾ ਪਤਰਸ 2 ਬਾਬ ਦੀ 24 ਹੈ। ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ। ਉਹਨੇ ਆਪ, ਪ੍ਰਭੂ ਯਿਸੂ ਮਸੀਹ ਨੇ ਆਪ ਰੁੱਖ ਉੱਤੇ, ਦੇਖੋ ਲਿਖਿਆ, ਰੁੱਖ ਉੱਤੇ ਸਾਡੇ ਪਾਪਾਂ ਨੂੰ ਚੁੱਕ ਲਿਆ, ਕਿ ਅਸੀਂ ਪਾਪ ਦੀ ਬਲੋਂ ਮਰ ਕੇ ਕਿ ਅਸੀਂ ਪਾਪ ਵੱਲੋਂ ਮਰ ਕੇ ਧਰਮ ਦੀ ਬਲੋਂ ਜੀਵੀਏ। ਧਰਮ ਵੱਲੋਂ ਜੀ ਉੱਠੀਏ। ਔਰ ਪ੍ਰਭੂ ਯਿਸੂ ਮਸੀਹ ਅਸਲੀ ਧਰਮ ਹੈ। ਹਾਂਜੀ, ਔਰ ਮੇਰੇ ਜਦੋਂ ਜਿਹੜੀ ਦੂਸਰੀ ਚੀਜ਼ ਜਾ ਕੇ ਉਹਦੀਆਂ ਸਾਈਡਾਂ ਦੇ ਉੱਤੇ ਆ, ਉਹ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਸਾਈਡਾਂ ਦੇ ਉੱਤੇ ਲੱਗੇ ਹੋਏ ਦਰਖਤ ਆ, ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਚੱਲਣ ਵਾਲੇ ਲੋਕ ਆ। ਜਿਸ ਤਰ੍ਹਾਂ ਉਹਦੇ 12 ਚੇਲੇ ਸੀਗੇ, ਔਰ ਜਿਹੜੇ 12 ਫਰੂਟ ਆ ਉਹ ਵੀ ਪ੍ਰਭੂ ਯਿਸੂ ਮਸੀਹ ਦੇ ਨਾਲ ਚੱਲਣ ਵਾਲੇ ਉਹਦੇ ਚੇਲੇ ਆ। ਜਿਸ ਤਰ੍ਹਾਂ ਕਿ ਪਹਿਲਾ ਥੋਮਾ ਜਦੋਂ ਆਪਣੇ ਹਿੰਦੁਸਤਾਨ ਦੇਸ਼ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ ਪਹਿਲੀ ਵਾਰ ਥੋਮਾ ਆਇਆ, ਔਰ ਉਹ ਇੱਥੇ ਸੁਸਮਾਚਾਰ ਦਾ ਪ੍ਰਚਾਰ ਲੈ ਕੇ ਆਇਆ। ਉਹਦੇ ਪ੍ਰਚਾਰ ਦੀ ਵਜ੍ਹਾ ਦੇ ਨਾਲ, ਉਸ ਵਚਨ ਦੇ ਨਾਲ ਅੱਜ ਤੁਸੀਂ ਔਰ ਅਸੀਂ ਅੱਜ ਨਜਾਤ ਪਾਈ ਆ। ਸਾਡੇ ਬਜ਼ੁਰਗਾਂ ਨੇ ਵੀ ਉਸ ਬੰਦੇ ਦੇ ਦੁਆਰਾ, ਪਹਿਲੇ ਚੇਲੇ ਦੁਆਰਾ ਹੀ ਨਜਾਤ ਪਾਈ ਆ। ਔਰ ਜਦੋਂ ਥੋਮਸ ਜੀ ਨੇ ਆਣ ਕੇ ਪਹਿਲਾ ਪੈਰ ਕੈਨੇਡਾ ਦੀ ਧਰਤੀ ਤੇ ਰੱਖਿਆ, ਔਰ ਕੈਨੇਡਾ ਨੂੰ ਬਹੁਤ ਜ਼ਿਆਦਾ ਬਲੈਸ ਕਰ ਦਿੱਤਾ। ਜੇ ਅਗਰ ਅੱਜ ਬਹੁਤ ਜ਼ਿਆਦਾ ਬਲੈਸਿੰਗ ਹੈ ਉੱਥੇ ਕੈਨੇਡਾ ਦੇ ਵਿੱਚ ਆ, ਤਾਂ ਉਹ ਸਿਰਫ ਇਸੇ ਕਰਕੇ ਆ ਕਿ ਪ੍ਰਭੂ ਯਿਸੂ ਮਸੀਹ ਦਾ ਪਹਿਲਾ ਚੇਲਾ ਉੱਥੇ ਉਹਨੇ ਆਣ ਕੇ ਪੈਰ ਰੱਖਿਆ। ਔਰ ਉੱਥੇ ਦੇ ਲੋਕ ਬਹੁਤ ਐਜੂਕੇਟਡ ਆ। ਉਹ ਉੱਥੇ ਮਤਲਬ ਕੇਰਲਾ ਸਟੇਟ ਸਾਰੇ ਤੋਂ ਨੰਬਰ 1 ਸਟੇਟ ਆ। ਉੱਥੇ ਦੇ ਲੋਕ ਬਹੁਤ ਐਜੂਕੇਟਡ ਆ, ਹਰ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਪੈਦਾਵਾਰ ਆ, ਔਰ ਬਹੁਤ ਲੋਕ ਖੁਸ਼ਹਾਲ ਆ, ਪ੍ਰੋਸਪਰ ਆ ਉੱਥੇ। ਔਰ ਤਕਰੀਬਨ ਉਹਦੇ ਨਾਲ ਲੱਗਦੇ ਸਟੇਟ ਵੀ ਜਿਹੜੇ ਸਾਰੇ ਉਹ ਬਹੁਤ ਪ੍ਰੋਸਪਰ ਆ। ਔਰ ਜਿਹੜੇ ਉਹ ਜੀਵਨ ਦੇ ਦਰਖਤ ਨੂੰ ਫਲ ਲੱਗੇ ਪਏ ਆ, ਉਹ ਪ੍ਰਭੂ ਯਿਸੂ ਮਸੀਹ ਦੇ 12 ਚੇਲਿਆਂ ਨੂੰ ਦਰਸਾਉਂਦੇ ਆ। ਔਰ ਮੇਰੇ ਜਦੋਂ ਅੱਜ ਇੱਕ ਬੰਦੇ ਨੇ ਇਸ ਗੱਲ ਦੇ ਉੱਤੇ ਵੀ ਗੱਲ ਕੀਤੀ ਕਿ 12ਵਾਂ ਚੇਲਾ ਜਿਹੜਾ ਸੀਗਾ ਯਹੂਦਾ ਇਸਕਰੀਤੀ, ਉਹ ਤਾਂ ਧੋਖੇਬਾਜ਼ ਸੀਗਾ, ਪਰ ਉਹਦੀ ਜਗ੍ਹਾ ਉਹਨਾਂ ਨੇ ਜਦੋਂ ਪਰਚੀ ਪਾਈ ਆ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ, ਤਾਂ ਯੂਸਫ ਅਰਮਿਤਿਆ ਦੀ ਪਰਚੀ ਨਿਕਲ ਆਈ, ਔਰ ਉਹ ਯੂਸਫ ਅਰਮਿਤਿਆ ਉਹਦਾ ਚੇਲਾ ਬਣ ਗਿਆ ਸੀਗਾ, ਜਿਹਨੇ ਪ੍ਰਭੂ ਯਿਸੂ ਮਸੀਹ ਦੇ ਕਫਨ ਔਰ ਦਫਨ ਦੇ ਵਿੱਚ ਮਿਥਿਆਸ, ਹਾਂਜੀ, ਉਹਨਾਂ ਨੇ ਉਹਦੀ ਮਦਦ ਤੇ ਸਹਾਇਤਾ ਕੀਤੀ ਸੀਗੀ। ਔਰ ਉਹ ਮਿਥਿਆਸ ਜਿਹੜਾ ਉਹ 12ਵਾਂ ਚੇਲਾ ਸੀਗਾ, ਔਰ ਉਹ 12 ਫਰੂਟ ਜਿਹੜੇ ਆ ਉਹ 12 ਚੇਲਿਆਂ ਨੂੰ ਦਰਸਾਉਂਦੇ ਹਨ। ਔਰ ਉਹਦੀਆਂ ਜਿਹੜੀਆਂ ਪੱਤੀਆਂ ਆ ਜੀਵਨ ਦੇ ਦਰਖਤ ਦੇ ਨਾਲ ਲੱਗੀਆਂ ਪਈਆਂ, ਉਹ ਪੱਤੀਆਂ ਜਿਹੜੀਆਂ ਜਦੋਂ ਆਪਾਂ ਹਿਜਕੀਏਲ 47 ਬਾਬ ਦੀ 12 ਪੜ੍ਹਦੇ, ਉਹਨੂੰ ਪੜ੍ਹਿਓ, ਹਿਜਕੀਏਲ 47 ਬਾਬ ਦੀ 12, ਹਿਜਕੀਏਲ 47 ਬਾਬ ਦੀ 12 ਅਤੇ ਨਾਲੇ ਦੇ ਨੇੜੇ ਉਹਦੇ ਦੋਨਾਂ ਕੰਢਿਆਂ ਤੇ
ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉਗਣਗੇ। ਨਾਲੇ ਦੇ ਕੰਢੇ ਹਰ ਪ੍ਰਕਾਰ ਦੇ ਸਾਈਡਾਂ ਤੇ ਜਿਹੜੇ ਮੇਵੇ ਵਾਲੇ ਫਲ ਉਗਣਗੇ, ਜਿਨ੍ਹਾਂ ਦੇ ਪੱਤਰ ਕਦੇ ਨਾ ਸੁੱਕਣਗੇ ਜਿਨ੍ਹਾਂ ਦੀਆਂ ਪੱਤੀਆਂ ਜਿਹਨਾਂ ਕਦੇ ਵੀ ਸੁੱਕਣਗੀਆਂ ਨਹੀਂ, ਅਤੇ ਜਿਨ੍ਹਾਂ ਦੇ ਮੇਵੇ ਕਦੇ ਨਾ ਮੁੱਕਣਗੇ। ਜਿਨ੍ਹਾਂ ਦੇ ਮੇਵੇ ਜਿਨ੍ਹਾਂ ਨੂੰ ਫਰੂਟ ਲੱਗੇ ਪਏ ਉਹ ਕਦੇ ਵੀ ਨਹੀਂ ਮੁੱਕਣਗੇ। ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ, ਉਹਨਾਂ ਨੂੰ ਹਰ ਮਹੀਨੇ ਨਵੇਂ ਫਰੂਟ ਲੱਗਣਗੇ, ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ ਕਿਉਂ ਜੋ ਉਹਨਾਂ ਨੂੰ ਉਹ ਪ੍ਰਭੂ ਯਿਸੂ ਮਸੀਹ ਦੇ ਚਸ਼ਮੇ ਦਾ ਪਾਣੀ ਲੱਗਦਾ ਹੈ, ਜਿਹੜੇ ਪਵਿੱਤਰ ਸਥਾਨ ਵਿੱਚ ਤੁਰਦੇ ਹਨ। ਜਿਹੜੇ ਪਵਿੱਤਰ ਸਥਾਨ ਦੇ ਵਿੱਚ ਤੁਰਦੇ ਹਨ। ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤੇ ਦਵਾਈ ਦੇ ਕੰਮ ਆਉਣਗੇ। ਉਹਨਾਂ ਦੇ ਮੇਵੇ ਖਾਣ ਦੇ ਲਈ ਔਰ ਜਿਹੜੇ ਪੱਤੀਆਂ ਆ ਪੱਤੇ ਆ ਉਹ ਦਵਾਈ ਦੇ ਕੰਮ ਕੌਮਾਂ ਦੇ ਇਲਾਜ ਦੇ ਲਈ ਕੰਮ ਆਉਣਗੇ। ਮੇਰੇ ਸਿੱਧੋ ਇਹ ਆਓ ਪੱਤੀਆਂ ਦਾ ਕੰਮ। ਔਰ ਜਿਹੜੀਆਂ ਅਸਲੀ ਪੱਤੀਆਂ ਦੀ ਆਪਾਂ ਗੱਲ ਕਰੀਏ ਤਾਂ ਮੇਰੇ ਸਿੱਧੋ ਪ੍ਰਭੂ ਯਿਸੂ ਮਸੀਹ ਜੀਵਨ ਦਾ ਦਰਖਤ ਆ, ਉਹਦੇ ਚੇਲੇ ਉਹ 12 ਪ੍ਰਕਾਰ ਦੇ ਫਲ ਆ, ਔਰ ਜਿਹੜੀਆਂ ਟਾਹਣੀਆਂ ਆ ਬਹੁਤ ਵੱਡੀਆਂ ਵੱਡੀਆਂ ਕਿਸੀਆਂ ਆ ਅੱਜ, ਔਰ ਜਿਹੜੇ ਪੱਤੀਆਂ ਆ ਉਹਨਾਂ ਦੇ ਜਿਹੜੇ ਪ੍ਰਚਾਰਕ ਆ ਜਿਹੜੇ ਖੁਦਾ ਦਾ ਵਚਨ ਲੈ ਕੇ ਜਾਂਦੇ ਆ, ਜਿਸ ਤਰ੍ਹਾਂ 107 ਜ਼ਬੂਰ ਨਬੀ ਦੀ ਪੁਸਤਕ ਦੇ ਵਿੱਚ 20 ਚ ਲਿਖਿਆ ਕਿ ਪਰਮੇਸ਼ਵਰ ਆਪਣਾ ਵਚਨ ਘੱਲ ਕੇ ਸਾਨੂੰ ਚੰਗਾ ਕਰਦਾ ਤੇ ਤਬਾਹੀ ਤੋਂ ਬਚਾਉਂਦਾ ਹੈ। ਇਹ ਉਹ ਪੱਤੀਆਂ ਹਨ। ਅੱਜ ਉਹ ਪੱਤੀਆਂ ਜਿਹੜੀਆਂ ਜੀਵਨ ਦੇ ਦਰਖਤ ਦੀਆਂ, ਜੇਕਰ ਅਸੀਂ ਉਹਦੇ ਨਾਲ ਅਸੀਂ ਜੁੜੇ ਪਏ ਆ ਤਾਂ ਉਹ ਜੀਵਨ ਦੀਆਂ ਪੱਤੀਆਂ ਅਸੀਂ ਔਰ ਤੁਸੀਂ ਵੀ ਬਣ ਸਕਦੇ ਹੋ। ਜੇ ਅਗਰ ਤੁਹਾਡੇ ਵਚਨ ਦੇ ਨਾਲ, ਤੁਹਾਡੀ ਗਵਾਹੀ ਦੇ ਨਾਲ ਕਿਸੇ ਬੰਦੇ ਦਾ ਈਮਾਨ ਸਟਰੋਂਗ ਹੁੰਦਾ, ਕੋਈ ਬਿਮਾਰ ਪਾ ਜਾਂਦਾ ਹੈ, ਕਿਉਂਕਿ ਪਰਮੇਸ਼ਵਰ ਦਾ ਵਚਨ ਹੈ ਜਿਹੜਾ ਉਹ ਕਦੀ ਵੀ ਖਾਲੀ ਨਹੀਂ ਮੁੜਦਾ। ਜਿਸ ਤਰ੍ਹਾਂ ਮਤੀ ਰਸੂਲ ਦੀ ਕਿਤਾਬ 11 ਬਾਬ ਦੇ ਵਿੱਚ ਲਿਖਿਆ ਕਿ ਹੇ ਦੁਨੀਆ ਦੇ ਤੱਕੇ ਮਨ ਦੇ ਬੋਝ ਦੇ ਮਾਰੇ ਲੋਕੋ, ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ, ਉਹ ਆਰਾਮ ਦਿਆਂਗਾ ਔਰ ਉਹ ਸੱਚੀ ਸ਼ਾਂਤੀ ਦਿਆਂਗਾ ਜੋ ਇਸ ਸੰਸਾਰ ਤੁਹਾਨੂੰ ਨਹੀਂ ਦੇ ਸਕਦਾ। ਇਹ ਅਸਲੀ ਪੱਤੇ ਜਿਹੜੇ ਕੌਮਾਂ ਦੇ ਇਲਾਜ ਦੇ ਲਈ। ਔਰ ਦੂਸਰਾ ਜਦੋਂ ਮਤੀ ਰਸੂਲ ਦੀ ਕਿਤਾਬ ਪੜ੍ਹਦੇ ਆ ਉੱਥੇ ਲਿਖਿਆ, ਉਹਨੇ ਖਾਸ ਆਪਣੇ ਚੇਲਿਆਂ ਨੂੰ ਕਿਹਾ ਕਿ ਜੋ ਕੁਝ ਤੁਸੀਂ ਇਸ ਧਰਤੀ ਤੇ ਬੰਦ ਹੋਗੇ ਅਸਮਾਨ ਤੇ ਵੱਧ ਜਾਊਗਾ, ਜੋ ਇਸ ਧਰਤੀ ਤੇ ਖੋਲ ਦੋਗੇ ਅਸਮਾਨ ਤੇ ਖੁੱਲ ਜਾਵੇਗਾ। ਮੇਰੇ ਅਜ਼ੀਜ਼ੋ ਇਹ ਆ ਪੱਤੀਆਂ ਦੀ ਖਾਸ ਗੱਲ। ਔਰ ਇੱਕ ਵਚਨ ਹੋਰ ਪੜ੍ਹੀਏ ਆਪਾਂ, ਕਹਾਵਤਾਂ ਦੀ ਕਿਤਾਬ 11 ਬਾਬ ਦੀ ਕੀ ਹੈ, ਪਹਿਲਾਂ 15 ਦੀ 4 ਪੜ੍ਹੀਏ 11 ਦੀ ਹਾਂਜੀ ਹੁਣ ਅਗਲੇ ਹਫਤੇ ਦੇ ਦਈਏ ਕੁਝ ਬਸ ਪੜ੍ਹੋ। ਬਹੁਤ ਹੋ ਗਿਆ। 15 ਦੀ 4 ਤੱਕ 11 ਦੀ। ਸੇਧ ਦੇਣ ਵਾਲੀ ਰਸਨਾ ਜੀਵਨ ਦਾ ਬਿਰਛ ਹੈ। ਸੇਧ ਦੇਣ ਵਾਲੀ ਜੀਵਨ ਦਾ ਬ੍ਰਿਕਸ਼ ਹੈ, ਪਰ ਉਹਦੇ ਵਿੱਚ ਆਕੀਪੁਣਾ ਆਤਮਾ ਦਾ ਤੋੜਨਾ ਹੈ। ਉਹਦੇ ਵਿੱਚ ਆਕੀਪੁਣਾ ਆਤਮਾ ਦਾ ਤੋੜਦਾ ਹੈ। ਔਰ 11 ਦੀ 4 ਵੀ ਪੜ੍ਹਦੇ 11 30 ਬਹੁਤ। ਧਰਮੀ ਦਾ ਫਲ ਜੀਵਨ ਦਾ ਬ੍ਰਿਕਸ਼ ਹੈ, ਧਰਮੀ ਦਾ ਫਲ ਜੀਵਨ ਦਾ ਬ੍ਰਿਕਸ਼ ਹੈ, ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ। ਉਹ ਲੋਕਾਂ ਦੇ ਮਨਾਂ ਨੂੰ ਇਸ ਵਚਨ ਦੇ ਰਾਹੀਂ ਮੋਹ ਲੈਂਦਾ ਹੈ। ਇਸ ਜੀਵਨ ਦੇ ਵਚਨ ਦੇ ਰਾਹੀਂ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ। ਔਰ ਮੇਰੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਖਾਸ ਚੇਲਿਆਂ ਨੂੰ ਹੁਕਮ ਦਿੱਤਾ ਕਿ ਜਾਓ ਸਾਰੀ ਦੁਨੀਆ ਦੇ ਵਿੱਚ ਜਾ ਕੇ ਸੁਸਮਾਚਾਰ ਦਾ ਪ੍ਰਚਾਰ ਕਰੋ, ਬਾਪ ਬੇਟਾ ਰੂਹ ਕੁਦਸ ਦੇ ਨਾਮ ਦੇ ਵਿੱਚ ਬਪਤਿਸਮਾ ਦਿਓ ਔਰ ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ। ਔਰ ਜਦੋਂ ਅੱਗੇ ਯਹੂਨਾ 15:16 ਦੇ ਵਿੱਚ ਲਿਖਿਆ ਕਿ ਜਾਓ ਜਾ ਕੇ ਫਲ ਲਿਆਓ ਤਾਂ ਜੋ ਤੁਹਾਡਾ ਫਲ ਕਾਇਮ ਰਹੇ। ਔਰ ਮੇਰੇ ਜਦੋਂ ਇਹ ਅਸਲੀ ਜੀਵਨ ਦੇ ਬ੍ਰਿਕਸ਼ ਦਾ ਮਕਸਦ, ਮੂਲ ਮੁੱਦਾ ਔਰ ਇਹ ਸਾਰੀ ਤਸਵੀਰ ਨੂੰ ਅਸੀਂ ਪ੍ਰਭੂ ਦੇ ਵਚਨਾਂ ਦੇ ਰਾਹੀਂ ਐਨ ਕਲੀਅਰ ਕਰ ਦਿੱਤਾ, ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ। ਸੋ ਖੁਦਾ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ। ਆਮੀਨ। ਬੰਦ ਇਥੋਂ ਤੱਕ